ਹੈਲੋ ਸਟੂਡੈਂਟ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਜੀਕੇ ਸਟੱਡੀ ਪੁਆਇੰਟ ਦੇ ਵਿੱਚ ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਸੀ ਅਬੋਹਰ ਤੋਂ ਹੀ। ਤੇ ਅੱਜ ਅਸੀਂ ਗੱਲ ਕਰਾਂਗੇ ਜੀ ਫਿਜ਼ਿਕਸ ਦਾ ਪਾਰਟ 3। ਤੇ ਇਸ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਪਹਿਲੇ 2 ਲੈਕਚਰ ਜ਼ਰੂਰ ਵੇਖ ਲਏ ਹੋਣਗੇ, ਕਿਉਂਕਿ ਜਿਹੜਾ ਮੈਂ ਸੈਕਿੰਡ ਲੈਕਚਰ ਬਣਾਇਆ ਸੀਗਾ ਉਸ ਦੇ ਵਿੱਚ ਮੈਂ ਵੈਲੋਸਿਟੀ, डिस्टेंस, डिसप्लेसमेंट, स्पीड, इन्हां सारिਆਂ ਦੇ ਬਾਰੇ ਮੈਂ ਗੱਲ ਕਲੀਅਰ ਕੀਤੀ ਹੈ। ਜੇ ਉਹ ਗੱਲ ਨਹੀਂ ਕਲੀਅਰ ਹੋਈ ਨਾ ਤਾਂ ਫਿਰ ਇਹ ਲੈਕਚਰ ਤੁਹਾਨੂੰ ਸਮਝ ਨਹੀਂ ਆਉਣਾ। ਤਾਂ ਉਹਦੇ ਵਿੱਚ ਮੇਨ ਤੁਸੀਂ ਸਮਝਣੀ ਹੈ ਵੈਲੋਸਿਟੀ, ਕਿਉਂਕਿ ਜਿਹੜਾ ਅੱਜ ਦਾ ਲੈਕਚਰ ਹੈ ਨਾ ਉਹ ਵੈਲੋਸਿਟੀ ਬੇਸ ਹੈ। ਕਿਉਂਕਿ ਜੇ ਵੈਲੋਸਿਟੀ ਸਮਝ ਆ ਗਈ ਫਿਰ ਤੁਹਾਨੂੰ ਐਕਸਲਰੇਸ਼ਨ ਸਮਝ ਆਊਗੀ, ਐਕਸਲਰੇਸ਼ਨ ਸਮਝ ਆ ਗਿਆ ਫਿਰ ਤੁਹਾਨੂੰ ਫੋਰਸ ਸਮਝ ਆਊਗਾ। ਤਾਂ ਸੋ ਪਲੀਜ਼ ਵੈਲੋਸਿਟੀ ਨੂੰ ਸਮਝਣ ਵਾਸਤੇ ਤੁਹਾਨੂੰ ਪਹਿਲਾਂ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਵਿੱਚ ਗੱਲ ਕਲੀਅਰ ਹੋਣੀ ਚਾਹੀਦੀ ਹੈ। ਜੇ ਵੈਲੋਸਿਟੀ ਤੇ ਡਿਸਟੈਂਸ ਦੇ ਵਿੱਚ ਜੇ ਡਿਸਟੈਂਸ ਤੇ ਡਿਸਪਲੇਸਮੈਂਟ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਦਿਸ਼ਾ ਕਿਹਦੇ ਵਿੱਚ ਹੁੰਦੀ ਹੈ, ਡਾਇਰੈਕਸ਼ਨ ਕਿਹਦੇ ਵਿੱਚ ਹੁੰਦੀ ਹੈ। ਤਾਂ ਸੋ ਆਈ ਹੋਪ ਕਿ ਤੁਹਾਨੂੰ ਜਿੰਨੇ ਮੈਂ ਹੁਣੇ ਪੁਆਇੰਟ ਸਾਰੇ ਦੱਸੇ ਨਾ, ਪਹਿਲਾਂ ਤੁਹਾਨੂੰ ਡਾਇਰੈਕਸ਼ਨ ਕਲੀਅਰ ਹੋਵੇ ਵੀ ਕਿਹੜੀ ਕੁਆਂਟਿਟੀ ਦੀ ਡਾਇਰੈਕਸ਼ਨ ਹੁੰਦੀ ਹੈ। ਅੱਛਾ, ਕੁਆਂਟਿਟੀ ਤੋਂ ਫਿਰ ਤੁਹਾਨੂੰ ਇਹ ਸਮਝ ਕਿਵੇਂ ਆਊਗੀ, ਇਹ ਤੁਹਾਨੂੰ ਸਮਝ ਆਊਗਾ ਡਿਸਟੈਂਸ ਤੇ ਡਿਸਪਲੇਸਮੈਂਟ ਤੋਂ। डिस्टेंस ਤੇ डिसप्लेसमेंट ਤੋਂ ਬਣੇਗਾ ਸਪੀਡ ਤੇ ਵੈਲੋਸਿਟੀ। ਵੈਲੋਸਿਟੀ ਤੋਂ ਸਾਡੀ ਹੁਣ ਅੱਜ ਵਾਲਾ ਲੈਕਚਰ ਜੁੜ ਰਿਹਾ, ਇਹਨੂੰ ਕਹਿੰਦੇ ਆਪਾਂ ਐਕਸਲਰੇਸ਼ਨ ਬਣੂਗਾ। ਇਸ ਐਕਸਲਰੇਸ਼ਨ ਤੋਂ ਕੱਲ ਵਾਲੇ ਲੈਕਚਰ ਦੇ ਵਿੱਚ ਸਾਨੂੰ ਫੋਰਸ ਸਮਝ ਆਊਗਾ, ਫਿਰ ਫੋਰਸ ਤੋਂ ਅੱਗੇ ਗਾਂ ਸਾਡੇ ਨਿਊਟਨ ਲਾਅ ਵਗੈਰਾ ਸਾਰੇ ਸਮਝ ਆਉਣਗੇ। ਤਾਂ ਸੋ ਪਲੀਜ਼ ਤੁਸੀਂ ਜਾ ਕੇ ਸਾਰਿਆਂ ਨੇ ਸੈਕਿੰਡ ਲੈਕਚਰ ਜ਼ਰੂਰ ਵੇਖਣਾ ਹੈ। ਜੇ ਸੈਕਿੰਡ ਲੈਕਚਰ ਨਹੀਂ ਵੇਖਿਆ ਤਾਂ ਇਹ ਅੱਜ ਵਾਲੀ ਲੈਕਚਰ ਤੁਹਾਡੇ ਉੱਪਰੋਂ ਵੀ ਨਿਕਲ ਸਕਦਾ ਹੈ, ਪਰ ਕੋਸ਼ਿਸ਼ ਕਰੂੰਗਾ ਮੈਨੂੰ ਪੂਰੀ ਤਰ੍ਹਾਂ ਸਮਝਾ ਰਿਹਾ। ਪਰ ਫਿਲਹਾਲ ਇੱਕ ਵਾਰੀ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਉਹ ਇੱਕ ਪ੍ਰੀਵਿਊ ਲੈਣਾ ਜ਼ਰੂਰੀ ਹੈ, ਸੋ ਉਸ ਨੂੰ ਜ਼ਰੂਰ ਜਾ ਕੇ ਵੇਖ ਲਿਓ। ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰ ਦੇਣਾ, ਠੀਕ ਹੈ ਜੀ। ਆਓ ਜੀ ਹੁਣ ਇਸ ਲੈਕਚਰ ਨੂੰ ਸਮਝੀਏ। ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਵੈਲੋਸਿਟੀ ਬਾਰੇ ਦੱਸ ਦੇਵਾਂ ਫਿਰ ਦੁਬਾਰਾ। ਵੈਲੋਸਿਟੀ ਹੁੰਦੀ ਹੈ ਜੀ, ਇਹਦਾ ਫਾਰਮੂਲਾ ਵੈਲੋਸਿਟੀ ਜਿਹਨੂੰ ਆਪਾਂ ਕਹਿੰਦੇ ਹਾਂ, ਵੈਲੋਸਿਟੀ ਹੁੰਦੀ ਹੈ ਡਿਸਪਲੇਸਮੈਂਟ ਅਪੋਨ ਟਾਈਮ। ਡਿਸਪਲੇਸਮੈਂਟ ਅਪੋਨ ਟਾਈਮ, ਔਰ ਜਿੱਥੇ ਡਿਸਪਲੇਸਮੈਂਟ ਆ ਗਿਆ ਉੱਥੇ ਹੁੰਦੀ ਹੈ ਹਮੇਸ਼ਾ ਡਾਇਰੈਕਸ਼ਨ, ਔਰ ਜਿੱਥੇ ਡਾਇਰੈਕਸ਼ਨ ਆਊਗੀ ਤਾਂ ਵੈਲੋਸਿਟੀ ਸਾਡੀ ਕਿਹੜੀ ਹੈ ਜੀ, ਵੈਕਟਰ ਕੁਆਂਟਿਟੀ ਹੈ। ਵੈਕਟਰ ਮੈਂ ਦੱਸਿਆ ਸੀ ਨਾ ਕੱਲ ਵੈਕਟਰ ਕੁਆਂਟਿਟੀ ਕਿਹੜੀ ਹੁੰਦੀ ਹੈ, ਤਾਂ ਸੋ ਪਲੀਜ਼ ਜਾ ਕੇ ਦੇਖ ਲੈਣਾ। ਤੇ ਜਿੱਥੇ ਵੈਲੋਸਿਟੀ ਆ ਗਿਆ ਉਹ ਸਾਡੀ ਡਾਇਰੈਕਸ਼ਨ ਵਾਲੀ ਕੁਆਂਟਿਟੀ ਹੈ। ਅੱਛਾ, ਡਾਇਰੈਕਸ਼ਨ ਜਿੱਥੇ ਆ ਗਿਆ ਤਾਂ ਸਾਨੂੰ ਇੱਕ ਕੁਐਸਚਨ ਜਿਹੜਾ ਐਕਸਲਰੇਸ਼ਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਐਕਸਲਰੇਸ਼ਨ ਦਾ ਕੰਮ ਕਿੱਥੇ ਹੁੰਦਾ ਹੈ? ਤੁਸੀਂ ਡੇਲੀ ਬਾਈਕ ਯੂਜ਼ ਸਟਾਰਟ ਕਰਦੇ ਹੋ, ਡੇਲੀ ਬਾਈਕ ਯੂਜ਼ ਕਰਦੇ ਹਾਂ ਆਪਾਂ, ਡੇਲੀ ਬਾਈਕ ਦੇ ਵਿੱਚ ਤੁਸੀਂ ਬਾਈਕ ਦੇ ਵਿੱਚ ਰੇਸ ਦਿੰਦੇ ਹੋ। ਉਹ ਰੇਸ ਦੇਣ ਦਾ ਮਤਲਬ ਕੀ ਹੁੰਦਾ, ਤੁਸੀਂ ਆਪਣੀ ਬਾਈਕ ਸਟਾਰਟ ਕਰਕੇ ਜਦੋਂ ਟਰੈਵਲ ਕਰਨਾ ਸਟਾਰਟ ਕਰਦੇ ਹੋ ਤਾਂ ਤੁਸੀਂ ਪਹਿਲਾਂ ਰੈਸਟ ਦੇ ਉੱਪਰ ਹੈਗੇ ਸੀਗੇ, ਹੌਲੀ ਹੌਲੀ ਤੁਸੀਂ ਰੇਸ ਵਧਾਈ, ਤੁਹਾਡੀ ਜਿਹੜੀ ਡਿਸਟੈਂਸ ਹੈ ਤੁਸੀਂ ਹੌਲੀ ਹੌਲੀ ਕਵਰ ਕਰਨਾ ਸਟਾਰਟ ਕੀਤਾ, ਮਤਲਬ ਤੁਹਾਡੀ ਬੋਡੀ ਚੇਂਜ ਹੋ ਰਹੀ ਹੈ ਵਿਦ ਰਿਸਪੈਕਟ ਟੂ ਟਾਈਮ। ਇਸੇ ਲਈ ਐਕਸਲਰੇਸ਼ਨ ਦਾ ਫਾਰਮੂਲਾ ਵੀ ਕੀ ਹੈ, ਵੈਲੋਸਿਟੀ ਅਪੋਨ ਟਾਈਮ, ਠੀਕ ਹੈ ਜੀ, ਵੈਲੋਸਿਟੀ ਅਪੋਨ ਟਾਈਮ। ਔਰ ਵੈਲੋਸਿਟੀ ਮੈਂ ਦੱਸਿਆ ਸੀ ਕੀ ਹੁੰਦਾ ਜੀ, ਵੈਲੋਸਿਟੀ ਦਾ ਕੰਮ ਹੁੰਦਾ ਹੈ ਪਹਿਲਾਂ ਇਸ ਪੁਆਇੰਟ ਤੇ ਸੀਗਾ, ਥੋੜੇ ਟਾਈਮ ਬਾਅਦ ਅਗਲੇ ਪੁਆਇੰਟ ਤੇ ਆ ਗਿਆ, ਫਿਰ ਥੋੜੇ ਟਾਈਮ ਤੋਂ ਬਾਅਦ ਅੱਗੇ। ਤਾਂ ਵੈਲੋਸਿਟੀ ਕੀ ਹੋਵੇ, ਜਦੋਂ ਵੈਲੋਸਿਟੀ ਚੇਂਜ ਹੋਵੇ, ਜਦੋਂ ਬੋਡੀ ਦੀ ਪੋਜੀਸ਼ਨ ਵਿਦ ਰਿਸਪੈਕਟ ਟੂ ਟਾਈਮ ਦੇ ਚੇਂਜ ਹੋਵੇ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ, ਐਕਸਲਰੇਸ਼ਨ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ। ਮਤਲਬ ਬੋਡੀ ਦਾ ਕਹਿਣ ਦਾ ਸਿੱਧਾ ਜਿਹਾ ਭਾਵ ਇਹ ਹੈ ਕਿ ਜਦੋਂ ਆਪਾਂ ਬਾਈਕ ਨੂੰ ਆਪਾਂ ਕਈ ਵਾਰੀ ਕਹਿੰਦੇ ਨਾ ਐਕਸਲਰੇਟ, ਰੇਸ ਵਧਾ ਦੇ, ਰੇਸ ਵਧਾ, ਉਹਦਾ ਮਤਲਬ ਹੁੰਦਾ ਹੈ ਐਕਸਲਰੇਟ ਕਰਨਾ। ਐਕਸਲਰੇਟ ਦਾ ਮਤਲਬ ਹੁੰਦਾ ਵੈਲੋਸਿਟੀ, ਜਦੋਂ ਇੱਕ ਪੋਜੀਸ਼ਨ ਤੋਂ ਸੈਕਿੰਡ ਪੋਜੀਸ਼ਨ ਚੇਂਜ ਕਰਦੇ ਪਏ ਹਾਂ, ਫਿਰ ਸੈਕਿੰਡ ਤੋਂ ਥਰਡ ਪੋਜੀਸ਼ਨ ਚੇਂਜ ਕਰਦੇ ਪਏ ਹਾਂ, ਇਹ ਸਾਰਾ ਕਿਹਦੇ ਰਿਸਪੈਕਟ ਦੇ ਵਿੱਚ ਹੋ ਰਿਹਾ, ਟਾਈਮ ਦੇ। ਵੈਲੋਸਿਟੀ ਚੇਂਜ ਹੋ ਰਹੀ ਹੈ ਟਾਈਮ ਦੇ ਰਿਸਪੈਕਟ ਦੇ ਵਿੱਚ। ਇਸ ਚੀਜ਼ ਨੂੰ ਜਦੋਂ ਆਪਾਂ ਬਟਾ ਕਰਦੇ ਹਾਂ ਤੇ ਸਾਡੀ ਆਉਂਦੀ ਹੈ ਐਕਸਲਰੇਸ਼ਨ, ਠੀਕ ਹੈ ਜੀ। ਇਸ ਐਕਸਲਰੇਸ਼ਨ ਦਾ ਫਾਰਮੂਲਾ ਕਿਵੇਂ ਬਣੂਗਾ, ਹੁਣ ਇਹਦਾ ਐਕਸਲਰੇਸ਼ਨ ਦਾ ਤੁਹਾਨੂੰ ਫਾਰਮੂਲਾ ਪੁੱਛਿਆ ਜਾਊਗਾ, ਕਿਉਂਕਿ ਐਕਸਲਰੇਸ਼ਨ ਦਾ ਯੂਜ਼ ਹੋਣਾ ਫੋਰਸ ਦੇ ਵਿੱਚ। ਜਿਹੜਾ ਨੈਕਸਟ ਆਪਣਾ ਲੈਕਚਰ ਬਣੂਗਾ ਉਹ ਫੋਰਸ ਹੋਵੇਗੀ। ਫੋਰਸ ਤਾਂ ਹੀ ਸਮਝ ਆਊਗੀ ਜੇ ਤੁਹਾਨੂੰ ਪਹਿਲਾਂ ਐਕਸਲਰੇਸ਼ਨ ਸਮਝ ਆਇਆ। ਅੱਛਾ, ਇਸ ਐਕਸਲਰੇਸ਼ਨ ਦਾ ਹੁਣ ਦੇਖੋ ਇੱਥੇ ਕੀ ਹੈ ਜੀ, ਵੈਲੋਸਿਟੀ, ਰੇਟ ਆਫ ਚੇਂਜ ਆਫ ਵੈਲੋਸਿਟੀ, ਪਹਿਲਾ ਪੁਆਇੰਟ। SI ਯੂਨਿਟ ਦੇ ਵਿੱਚ ਇਹਦਾ ਯੂਨਿਟ ਕੀ ਬਣ ਗਿਆ, ਮੀਟਰ ਪਰ ਸੈਕਿੰਡ। ਮੈਂ ਦੱਸਿਆ ਸੀਗਾ ਨਾ ਵੈਲੋਸਿਟੀ ਅਪੋਨ ਟਾਈਮ, ਤਾਂ ਵੈਲੋਸਿਟੀ ਕਿਵੇਂ ਲਿਖਦੇ ਹਾਂ, ਮੀਟਰ -1 ਬਟਾ ਫਿਰ ਸੈਕਿੰਡ ਆ ਗਿਆ ਇੱਥੇ ਸੈਕਿੰਡ, ਤਾਂ ਇਹ ਕੁੱਲ ਮਿਲਾ ਕੇ ਤੁਹਾਡਾ ਮੀਟਰ ਉੱਪਰ ਜਾ ਕੇ -2 ਬਣ ਗਿਆ, ਤੇ ਇਹ ਬਣ ਗਈ ਐਕਸਲਰੇਸ਼ਨ ਦੇ ਫਾਰਮੂਲਾ ਬਣ ਗਿਆ, ਠੀਕ ਹੈ ਜੀ। ਇਹ ਇੱਕ ਕੀ ਹੈ, ਵੈਕਟਰ ਕੁਆਂਟਿਟੀ। ਮੈਂ ਦੱਸਿਆ ਕਿ ਜਿੱਥੇ ਵੈਲੋਸਿਟੀ ਆਊਗੀ ਉਹ ਹਮੇਸ਼ਾ ਡਾਇਰੈਕਸ਼ਨ ਵਾਲੀ ਚੀਜ਼ ਹੁੰਦੀ ਹੈ। ਤੇ ਡਾਇਰੈਕਸ਼ਨ ਕਿਵੇਂ ਪਤਾ ਲੱਗਿਆ, ਕਿਉਂਕਿ ਛੋਟੀ ਦੂਰੀ ਜਦੋਂ ਵੀ ਤੈਅ ਕਰਾਂਗੇ ਉਹਦੀ ਹਮੇਸ਼ਾ ਕੀ ਹੁੰਦੀ ਹੈ, ਡਾਇਰੈਕਸ਼ਨ ਹੁੰਦੀ ਹੈ। ਤਾਂ ਵੈਲੋਸਿਟੀ ਕੀ ਚੀਜ਼ ਸੀ, ਡਿਸਪਲੇਸਮੈਂਟ ਅਪੋਨ ਟਾਈਮ, ਤਾਂ ਕਰਕੇ ਇੱਥੇ ਵੈਕਟਰ ਕੁਆਂਟਿਟੀ ਆ ਗਿਆ, ਠੀਕ ਹੈ ਜੀ।
ਤੇ ਉਸ ਤੋਂ ਬਾਅਦ ਵੈਲੋਸਿਟੀ ਆਫ ਦਾ ਬੋਡੀ ਇਨਕਰੀਜ਼, ਜੇ ਤੁਸੀਂ ਕੀ ਕਰੋਗੇ ਹੁਣ ਪੋਜ਼ਿਟਿਵ ਤੇ ਨੈਗੇਟਿਵ ਦੋ ਤਰ੍ਹਾਂ ਦੀ ਐਕਸਲੇਸ਼ਨ ਹੁੰਦੀਆਂ ਨੇ, ਤੁਸੀਂ ਵੇਖਿਆ ਹੋਏਗਾ ਕਈ ਵਾਰੀ ਟਰੈਕਟਰਾਂ ਦੇ ਵਿੱਚ ਪਿੱਛੇ ਵੀ ਚਲੇ ਜਾਂਦੇ ਆ, ਬੈਕ ਗੇਅਰ ਲਗਾ ਦਿੰਦੇ ਆ, ਇੱਕ ਅੱਗੇ ਗੇਅਰ ਲਗਾਉਂਦੇ ਆ, ਹਮੇਸ਼ਾ ਬੋਡੀ ਅੱਗੇ ਜਾਂਦੀ ਹੈ। ਜਦੋਂ ਬੋਡੀ ਬੈਕ ਆਵੇ ਜਾਂ ਅੱਗੇ ਜਾਵੇ ਤਾਂ ਬੋਡੀ ਹੁੰਦੀ ਆ ਪੋਜ਼ਿਟਿਵ ਐਕਸਲੇਸ਼ਨ। ਜਦੋਂ ਆਪਾਂ ਅੱਗੇ ਕੋਈ ਬੋਡੀ ਰੇਸ ਦਿੱਤੀ ਤਾਂ ਅੱਗੇ ਜਾ ਰਹੀ ਹੈ ਬੋਡੀ ਨੂੰ, ਆਪਾਂ ਰੇਸ ਦਿੰਦੇ ਪਏ ਹਾਂ, ਐਕਸਲੇਟ ਕਰਦੇ ਪਏ ਹਾਂ ਤਾਂ ਬੋਡੀ ਅੱਗੇ ਜਾ ਰਹੀ ਹੈ, ਜ਼ੀਰੋ ਪੋਜੀਸ਼ਨ ਤੋਂ ਅੱਗੇ ਜਾਵੇਗੀ, ਉਸ ਨੂੰ ਆਪਾਂ ਐਕਸਲੇਸ਼ਨ ਕਹਿੰਦੇ ਹਾਂ ਤੇ ਪੋਜ਼ਿਟਿਵ ਫਾਰਮ ਦੇ ਵਿੱਚ ਕਹਿੰਦੇ ਹਾਂ। ਜਦੋਂ ਆਪਾਂ ਬੈਕ ਆ ਰਹੇ ਹਾਂ ਤੇ ਉਸ ਨੂੰ ਆਪਾਂ ਰਿਟਾਰਡੇਸ਼ਨ ਕਹਿੰਦੇ ਹਾਂ। ਰਿਟਾਰਡੇਸ਼ਨ ਮਤਲਬ ਐਕਸਲੇਸ਼ਨ ਬੈਕ ਵੱਲ ਜਾ ਰਹੇ ਹਾਂ ਆਪਾਂ, ਠੀਕ ਹੈ ਜੀ। ਤੇ ਇਹਦੇ ਵਿੱਚ ਆਹੀ ਦੱਸਿਆ ਹੋਇਆ ਹੈ ਤੇ ਇਹ ਮੈਂ ਤੁਹਾਨੂੰ ਦੱਸ ਹੀ ਦਿੱਤਾ। ਅੱਛਾ, ਇਹਦਾ ਫਾਰਮੂਲਾ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਇਹਦਾ ਫਾਰਮੂਲਾ ਇਹ ਹੈ, ਮੈਂ ਇਹ ਤੁਹਾਨੂੰ ਦੱਸ ਹੀ ਚੁੱਕਿਆ, ਵੈਲੋਸਿਟੀ ਪਾਉਣ ਇਹ ਡੈਲਟਾ, ਇਹ ਫਾਰਮ ਕਿਹੜੀ ਹੁੰਦੀ ਹੈ, ਇਹਨੂੰ ਆਪਾਂ ਕਹਿੰਦੇ ਡੈਲਟਾ। ਡੈਲਟਾ ਦਾ ਮਤਲਬ ਹੁੰਦਾ ਹੈ ਚੇਂਜ ਹੋਣਾ, ਇੱਕ ਪੋਜੀਸ਼ਨ ਤੋਂ ਦੂਜੀ ਪੋਜੀਸ਼ਨ ਦੇ ਵਿੱਚ ਚੇਂਜ ਦੱਸਣਾ ਹੋਵੇ ਤਾਂ ਡੈਲਟਾ V ਲਿਖ ਦਿੰਦੇ ਆਪਾਂ, V1 ਤੇ V2, ਠੀਕ ਹੈ। ਇਹਨਾਂ ਦੋਨਾਂ ਦਾ ਮਾਈਨਸ ਕਰਕੇ ਕੀ ਬਣੇਗਾ, ਡੈਲਟਾ V। ਤਾਂ ਕਰਕੇ ਇੱਥੇ ਫਾਰਮੂਲਾ ਉਹੀ ਹੈ V/T, ਪਰ ਇਹਦੇ ਵਿੱਚ ਡੈਲਟਾ ਤਾਂ ਲਗਾਇਆ ਤਾਂ ਕਿ ਚੇਂਜ ਹੁੰਦਾ ਹਮੇਸ਼ਾ ਬੋਡੀ ਦੇ ਵਿੱਚ ਵਿਦ ਰਿਸਪੈਕਟ ਟੂ ਟਾਈਮ, ਕਿਉਂਕਿ ਇੱਥੇ 1 ਸੈਕਿੰਡ ਹੈ, 2 ਸੈਕਿੰਡ ਬਾਅਦ ਬੋਡੀ ਕਿੱਥੇ ਹੈ, ਉੱਥੇ ਇੰਨੀ ਵੈਲੋਸਿਟੀ ਸੀ ਤਾਂ ਸੈਕਿੰਡ ਵੈਲੋਸਿਟੀ ਕੀ ਹੈ, ਤੇ ਇਹਦਾ ਡਿਫਰੈਂਸ ਹੁੰਦਾ ਜੀ। ਆਈ ਹੋਪ ਕਿ ਤੁਹਾਨੂੰ ਹੁਣ ਤੱਕ ਦਾ ਸਾਰਾ ਸਮਝ ਆ ਗਿਆ ਹੋਵੇਗਾ। ਇਸੇ ਬੇਸ ਤੇ ਨਾ ਫਿਰ ਮੋਸ਼ਨ ਪਹਿਲਾਂ ਸਮਝ ਲਓ ਮੋਸ਼ਨ ਵਰਡ ਕੀ ਹੈ। ਮੋਸ਼ਨ ਵਰਡ ਦਾ ਮਤਲਬ ਹੁੰਦਾ ਬੋਡੀ ਦਾ ਹਲਚਲ ਕਰਨਾ, ਬੋਡੀ ਦਾ ਹਲਚਲ ਕਰਨਾ, ਆਪਣੀ ਪੋਜੀਸ਼ਨ ਦੱਸਣਾ। ਬੋਡੀ ਹੁਣ ਪੋਜੀਸ਼ਨ ਆਪਾਂ ਦੋ ਤਰੀਕੇ ਨਾਲ ਦੱਸ ਸਕਦੇ ਹਾਂ। ਜ਼ਿਆਦਾ ਬੋਡੀ ਕੀ ਹੋਏਗੀ, ਰੈਸਟ ਦੇ ਉੱਪਰ ਹੋਵੇਗੀ, ਤਾਂ ਬੋਡੀ ਕੀ ਖੜੀ ਹੈ, ਬਿਲਕੁਲ ਸਟੇਟ ਖੜੀ ਹੈ, ਕੁਝ ਵੀ ਨਹੀਂ ਕਰ ਰਹੀ, ਕੋਈ ਹਿਲਜੁਲ ਨਹੀਂ ਹੈਗੀ ਹੈ। ਅੱਛਾ, ਉਹਦੇ ਵਿੱਚ ਹਿਲਜੁਲ ਹੋਊਗੀ ਤਾਂ ਬੋਡੀ ਕੀ ਆ ਜੂਗੀ, ਮੋਸ਼ਨ ਦੇ ਵਿੱਚ ਆ ਜੂਗੀ, ਗਤੀ, ਜਿਵੇਂ ਆਪਾਂ ਕਹਿੰਦੇ ਨਾ ਮੋਸ਼ਨ ਦੇ ਵਿੱਚ ਆ ਜਾਣਾ ਜਾਂ ਰੈਸਟ ਦੇ ਵਿੱਚ ਆਣਾ। ਬੋਡੀ ਹਮੇਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ। ਅੱਛਾ, ਜਦੋਂ ਰੈਸਟ ਤੋਂ ਮੋਸ਼ਨ ਦੇ ਵਿੱਚ ਲੈ ਕੇ ਆਉਂਦੇ ਹਾਂ ਉਦੋਂ ਹੀ ਆਪਾਂ ਫੋਰਸ ਦਾ ਯੂਜ਼ ਕਰਦੇ ਹਾਂ, ਔਰ ਜਦੋਂ ਆਪਾਂ ਰੈਸਟ ਤੋਂ ਮੋਸ਼ਨ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿੰਨਾ ਟਾਈਮ ਦੇ ਅਕੋਰਡਿੰਗ ਚੇਂਜ ਕਰਦੇ ਪਏ ਹਾਂ, ਉਹੀ ਐਕਸਲੇਸ਼ਨ ਹੈ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਆਪਾਂ ਯੂਜ਼ ਕੀ ਕਰਨਾ, ਹੁਣ ਇੰਨੇ ਜੇ ਗ੍ਰਾਫ ਜੇ ਬਣਾ ਰੱਖੇ ਨੇ ਆਪਣੇ, ਕੀ ਕੰਮ ਦੇ ਨੇ ਇਹਦੇ। ਮੈਂ ਕੁਐਸਚਨ ਦੱਸਦਾ ਵੀ ਤੁਹਾਨੂੰ ਕੁਐਸਚਨ ਕੀ ਆਊਗਾ। ਪਹਿਲਾਂ ਥੋੜਾ ਮੈਂ ਦੱਸਦਾ, ਪੋਜੀਸ਼ਨ ਆਫ ਦਾ ਬੋਡੀ ਔਰ ਸਿਸਟਮ ਡਜ਼ ਨੋਟ ਚੇਂਜ ਵਿਦ ਟਾਈਮ, ਉਹਨੂੰ ਆਪਾਂ ਕੀ ਕਹਿੰਦੇ ਆ, ਰੈਸਟ। ਜਦੋਂ ਬੋਡੀ ਵਿਦ ਰਿਸਪੈਕਟ ਟੂ ਟਾਈਮ ਚੇਂਜ ਹੋਵੇ ਹੀ ਨਾ, ਜਿਵੇਂ ਹੁਣ ਦੀਵਾਰ ਦੇ ਧੱਕਾ ਮਾਰੋ ਕੋਈ ਇਹਨੇ ਚੇਂਜ ਨਹੀਂ ਹੋਣਾ, ਤਾਂ ਇਹ ਬੋਡੀ ਕੀ ਹੈ, ਰੈਸਟ ਦੇ ਉੱਪਰ ਹੈ, ਤਾਂ ਹੀ ਆਪਾਂ ਇਹਨੂੰ ਕਹਿੰਦੇ ਹਾਂ ਰੈਸਟ ਦੇ ਉੱਪਰ, ਰੂਮ ਰੈਸਟ ਦੇ ਉੱਪਰ ਹੈ। ਅਗਰ ਇਹੀ ਪਾਰਟ ਨੂੰ ਮੈਂ ਕਹਾਂ ਕਿ ਮੇਰੀ ਬੋਡੀ ਦੇ ਉੱਪਰ ਧੱਕਾ ਮਾਰੋਗੇ ਤੁਸੀਂ, ਤਾਂ ਮੇਰੀ ਬੋਡੀ ਕੀ ਕਰੂਗੀ, ਥੋੜਾ ਜਿਹਾ ਹਿਲਚੁਲ ਕਰੂਗੀ, ਤਾਂ ਉਸ ਕਾਰਨ ਕੀ ਹੋ ਜਾਊਗੀ, ਮੇਰੀ ਬੋਡੀ ਦੇ ਵਿੱਚ ਚੇਂਜ ਆਊਗਾ, ਤਾਂ ਉਹਨੂੰ ਮੈਂ ਕੀ ਕਹੂੰਗਾ ਜੀ, ਤੇ ਮੋਸ਼ਨ, ਬੋਡੀ ਸਾਡੀ ਹੈ ਮੋਸ਼ਨ ਦੇ ਵਿੱਚ। ਇਸ ਮੋਸ਼ਨ ਨੂੰ ਡਿਫਾਈਨ ਕਰਨ ਵਾਸਤੇ ਫਿਜ਼ਿਕਸ ਦੇ ਵਿੱਚ ਤਿੰਨ ਫਾਰਮੂਲੇ ਬਣਾਏ ਗਏ ਨੇ ਕਿ ਬੋਡੀ ਹਾਈਟ ਦੇ ਵਿੱਚ, ਡਾਊਨਵਰਡ, ਇਹ ਸਾਰੇ ਨਾ 3 ਫਾਰਮੂਲੇ ਨੇ। ਜਸਟ ਆਪਾਂ ਨੂੰ ਡਰਾਈਵ ਨਹੀਂ ਕਰਨੇ, ਜਸਟ ਆਪਾਂ ਨੂੰ ਇੱਕ ਵਾਰੀ ਵੇਖ ਕੇ ਜਾਣਾ। ਪੇਪਰ ਦੇ ਵਿੱਚ ਕਈ ਵਾਰੀ ਨਾ 4 ਫਾਰਮੂਲੇ ਪਾਊਗਾ, ਤੁਹਾਨੂੰ ਇੱਕ ਐਸਾ ਪੁੱਛਿਆ ਹੋਊਗਾ ਵੀ ਜਿਹੜਾ ਕੀ ਹੈ ਫਾਰਮੂਲਾ ਨਹੀਂ ਹੈਗਾ, ਤਾਂ ਬੋਡੀ ਇਕੁਏਸ਼ਨਾਂ ਇਹਨੂੰ ਆਪਾਂ ਕਹਿੰਦੇ ਹੁੰਦੇ ਆ। 3 ਫਾਰਮੂਲੇ ਯਾਦ ਕਰ ਲਓ, ਜਸਟ ਇੱਕ ਵਾਰੀ ਵੇਖ ਕੇ ਜਾਣੇ ਆ। ਸਟੇਟ ਲਾਈਨ, ਕੌਨਸਟੈਂਟ, ਐਕਸਲੇਸ਼ਨ, ਇਹ ਆਪਾਂ ਨੂੰ 3 ਇਕੁਏਸ਼ਨਾਂ ਨੇ ਮੋਸ਼ਨ ਨੂੰ ਡਿਫਾਈਨ ਕਰਨ ਵਾਸਤੇ ਵੀ ਹਲਚਲ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਜਿਵੇਂ V, ਇੱਥੇ V ਕੀ ਹੈ, V ਹੈਗਾ ਜੀ ਇਨੀਸ਼ੀਅਲ ਵੈਲੋਸਿਟੀ, ਸ਼ੁਰੂਆਤ ਦੇ ਵਿੱਚ। U ਕੀ ਹੈ, ਇੱਥੇ ਫਾਈਨਲ ਵੈਲੋਸਿਟੀ ਹੈ, ਕਿੰਨੀ ਚੇਂਜ ਹੋ ਗਿਆ ਸੀਗਾ, ਉੱਥੇ ਪਹੁੰਚ ਗਈ ਬੋਡੀ, ਠੀਕ ਹੈ ਜੀ। A ਕੀ ਹੈ, ਐਕਸਲਰੇਸ਼ਨ ਹੈ, T ਕੀ ਹੈ, ਟਾਈਮ ਹੈ। ਤਾਂ ਇਸ ਕਰਕੇ VU + AT ਜੀ, V²U² + 2AS, ਇਹ ਸਾਰਾ ਨਾ ਤੁਸੀਂ 2-3 ਫਾਰਮੂਲੇ ਯਾਦ ਕਰ ਲਓ। ਬਾਕੀ ਜੇ ਨਾ ਵੀ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਦੇ ਵਿੱਚ ਇੰਨਾ ਆਪਣਾ ਕੁਐਸਚਨ ਫਿਜ਼ਿਕਸ ਦੇ ਵਿੱਚ ਜਦੋਂ ਸਪੈਸ਼ਲ ਤੁਸੀਂ ਰੇਲਵੇ ਵਗੈਰਾ ਦੇ ਐਗਜ਼ਾਮ ਦੋਗੇ ਤਾਂ ਇਸ ਤਰ੍ਹਾਂ ਦੀ ਪੋਜੀਸ਼ਨ ਆ ਸਕਦੀ ਹੈ। ਅਦਰਵਾਈਜ਼ ਆਪਣੇ ਲੋਕਲ ਪੇਪਰਾਂ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਨਹੀਂ ਪੁੱਛਿਆ ਗਿਆ, ਠੀਕ ਹੈ ਜੀ। ਆਪਣੇ ਪੰਜਾਬ ਦੇ ਪੇਪਰ ਦੇ ਵਿੱਚ ਇਸ ਤੋਂ ਰਿਲੇਟਡ ਨਹੀਂ ਪੁੱਛਿਆ ਗਿਆ ਕਦੇ। ਉਸ ਤੋਂ ਬਾਅਦ ਦੇਖੋ ਜੀ, ਇਹ ਤੁਹਾਨੂੰ ਪੁੱਛ ਸਕਦਾ ਹਾਈਟ ਦੇ ਵਾਸਤੇ ਫਾਰਮੂਲਾ। ਇਹ ਨਾ ਅੱਗੇ ਚੱਲ ਕੇ ਨਾ ਤੁਸੀਂ ਪੈਂਡੂਲਮ ਵਗੈਰਾ ਆਪਾਂ ਪੜਾਂਗੇ ਨਾ, ਉਹਦੇ ਵਿੱਚ ਆਊਗਾ ਇਹ, ਠੀਕ ਹੈ ਜੀ। ਹਾਈਟ ਦਾ ਫਾਰਮੂਲਾ ਇਹ ਉੱਥੇ ਤੁਸੀਂ ਇੱਕ ਵਾਰੀ ਯਾਦ ਕਰ ਸਕਦੇ ਹੋ, ਬਾਕੀ ਆਪਣੇ ਲਈ ਇੰਪੋਰਟੈਂਟ ਨਹੀਂ ਹੈਗਾ ਇੰਨਾ। ਤੇ ਇਹਦੇ ਵਿੱਚ ਮੈਂ ਦੱਸ ਦੇਣਾ ਤੁਹਾਨੂੰ ਆਹ ਚੀਜ਼, ਇਹ ਗ੍ਰਾਫ ਜ਼ਰੂਰ ਯੂਜ਼ ਹੋ ਸਕਦਾ ਹੈ। ਜਿਵੇਂ ਆ ਨਾ ਗ੍ਰਾਫ, ਇਹ ਉੱਪਰ ਵਾਲਾ ਗ੍ਰਾਫ ਵੀ ਕੰਮ ਦਾ ਨਹੀਂਗਾ, ਆਹ ਗ੍ਰਾਫ ਆਪਣੇ ਕੰਮ ਦਾ ਹੈ ਨਾ। ਇਹਨੂੰ ਆਪਾਂ ਕਹਿੰਦੇ ਹਾਂ ਕੌਨਸਟੈਂਟ ਐਕਸਲੇਸ਼ਨ। ਕੌਨਸਟੈਂਟ ਦਾ ਮਤਲਬ ਹੁੰਦਾ ਹੈ ਇੱਕ ਵਰਗਾ ਚੱਲਣਾ, ਇੱਕ ਵਰਗਾ, ਬਿਲਕੁਲ ਇੱਕ ਫਾਰਮ ਦੇ ਵਿੱਚ, ਨਾ ਕੋਈ ਚੀਜ਼ ਵਧੇਗੀ ਨਾ ਘਟੇਗੀ। ਜਿਵੇਂ ਆਹ ਦੇਖੋ, ਆਹ ਐਕਸਲੇਸ਼ਨ ਹੈ, ਆਹ ਟਾਈਮ ਹੈ, ਤੇ ਇਹਦੇ ਵਿੱਚ ਦੇਖੋ ਐਕਸਲੇਸ਼ਨ ਇੱਦਾਂ, ਜਿਵੇਂ ਆਹ ਕੀ ਹੈ, ਆਹ ਵੈਲੋਸਿਟੀ ਹੈ, ਹੁਣ ਐਕਸਲੇਸ਼ਨ ਦੇਖੋ ਇਸ ਤਰ੍ਹਾਂ ਜਾ ਰਹੀ ਹੈ ਨਾ, ਇਹ ਕੀ ਹੈ, ਨਾ ਤਾਂ ਘਟਦੀ ਵੀ ਹੈ ਨਾ ਵੱਧਦੀ ਵੀ ਹੈ, ਇੱਕ ਵਰਗੀ ਇੱਕ ਫਾਰਮ ਦੇ ਵਿੱਚ ਚੱਲੀ। ਇਹਨੂੰ ਆਪਾਂ ਕਹਿੰਦੇ ਕੌਨਸਟੈਂਟ ਵੈਲੋਸਿਟੀ ਦਾ, ਕੌਨਸਟੈਂਟ ਐਕਸਲੇਸ਼ਨ ਵੈਲੋਸਿਟੀ ਦੇ ਵਿੱਚ ਐਕਸਲੇਸ਼ਨ ਦਾ ਕਿੱਦਾਂ ਗ੍ਰਾਫ ਬਣਦਾ, ਇਹ ਤੁਸੀਂ ਯਾਦ ਰੱਖਣਾ ਹੈ, ਕੌਨਸਟੈਂਟ ਐਕਸਲੇਸ਼ਨ ਵਾਲਾ, ਠੀਕ ਹੈ ਜੀ। ਯੂਨੀਫਾਰਮਲੀ ਦਾ ਮਤਲਬ ਕੀ ਹੁੰਦਾ, ਯੂਨੀਫਾਰਮਲੀ ਦਾ ਮਤਲਬ ਕੀ ਹੁੰਦਾ ਹੈ, ਆਹ ਵੈਲੋਸਿਟੀ ਹੈ, ਆਹ ਟਾਈਮ ਹੈ, ਜਿੰਨਾ ਵੈਲੋਸਿਟੀ ਵਧੂਗੀ ਉਹਨਾਂ ਟਾਈਮ ਵਧੂਗਾ, ਤਾਂ ਇਹ 45 ਡਿਗਰੀ ਦੇ ਉੱਪਰ ਐਂਗਲ ਬਣਦਾ ਹੁੰਦਾ ਹਮੇਸ਼ਾ, ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ।
ਹੁਣ ਆਪਾਂ ਗੱਲ ਕਰਦੇ ਹਾਂ ਜੀ, ਇਹ ਦੋ ਗ੍ਰਾਫ ਯਾਦ ਕਰਨ ਤੋਂ ਬਾਅਦ ਆਪਣੇ ਕੋਲ ਇੱਕ ਮੋਸ਼ਨ ਪੁੱਛਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਜੈਕਟਾਈਲ ਮੋਸ਼ਨ। ਪ੍ਰੋਜੈਕਟਾਈਲ ਮੋਸ਼ਨ ਕਿੱਥੇ ਯੂਜ਼ ਹੁੰਦਾ ਹੈ? ਜਦੋਂ ਆਪਾਂ DRDO, ਇਸਰੋ ਵਗੈਰਾ ਆਪਾਂ ਡੇਲੀ ਨਿਊਜ਼ ਦੇ ਵਿੱਚ ਪੜ੍ਹਦੇ ਰਹਿੰਦੇ ਹਾਂ। ਇਹਨਾਂ ਦਾ ਮਤਲਬ ਕੀ ਹੁੰਦਾ ਹੈ? ਇਹ ਜਦੋਂ ਵੀ ਕੋਈ ਮਿਸਾਈਲ ਛੱਡਦੇ ਹੈ ਤਾਂ ਇੱਥੋਂ ਮਿਸਾਈਲ ਛੱਡਣਗੇ ਤਾਂ ਉਹਨੇ ਇਸ ਸ਼ੇਪ ਦੇ ਵਿੱਚ ਡਿੱਗਣਾ ਹੁੰਦਾ ਕਿਸੇ ਦੇਸ਼ ਦੇ ਵਿੱਚ ਜਾ ਕੇ। ਉਹ ਜਿਹੜੀ ਮੋਸ਼ਨ ਹੁੰਦਾ, ਇਸ ਮੋਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ? ਪੈਰਾਬੋਲਿਕ ਜਿਹੜਾ ਮੋਸ਼ਨ ਹੁੰਦਾ, ਇਸ ਮੋਸ਼ਨ ਨੂੰ ਆਪਾਂ ਕਹਿੰਦੇ ਹਾਂ ਪ੍ਰੋਜੈਕਟਾਈਲ ਮੋਸ਼ਨ। ਜਦੋਂ ਆਪਾਂ ਕੋਈ ਪੱਥਰ ਹੈ, ਆਪਾਂ ਆਪਣੀ ਪੱਥਰ ਚੱਕ ਕੇ ਕਿਸੇ ਨੂੰ ਮਾਰਦੇ ਹੁੰਦੇ ਹਾਂ, ਉਹ ਵੀ ਇਸੇ ਤਰ੍ਹਾਂ ਹੀ ਵੱਜਦਾ ਹੁੰਦਾ ਹੈ ਇਸੇ ਮੋਸ਼ਨ ਦੇ ਵਿੱਚ। ਇਹੀ ਚੀਜ਼ ਇੱਥੇ ਡਿਫਾਈਨ, ਇਸ ਮੋਸ਼ਨ ਨੂੰ ਆਪਾਂ ਕਹਿੰਦੇ ਹਾਂ ਪ੍ਰੋਜੈਕਟਾਈਲ ਮੋਸ਼ਨ। ਸਿਰਫ ਇੰਨਾ ਹੀ ਆਪਣੇ ਕੰਮ ਦਾ ਹੈ, ਬਾਕੀ ਉਹਦੇ ਕੰਮ ਦਾ ਨਹੀਂ ਹੈਗਾ। ਠੀਕ ਹੈ ਜੀ। ਬਸ ਇਹਦੇ ਵਿੱਚ ਪੈਰਾਬੋਲਿਕ ਫਾਰਮ ਬਣਦੀ ਹੈ। ਇਹਦੇ ਵਿੱਚ ਹੁਣ ਇੱਕ ਦੋ ਚੀਜ਼ਾਂ ਦੱਸ ਦਿੰਦਾ ਤੁਹਾਨੂੰ ਜਿਹੜੀਆਂ ਪੇਪਰ ਦੇ ਵਿੱਚ ਇੰਪੋਰਟੈਂਟ ਹੋ ਸਕਦੀਆਂ ਨੇ। ਇਹ ਹੈਗਾ ਜੀ ਤੁਹਾਡੇ ਦੇ ਨਾ ਇੱਥੇ ਦੋ ਕੁਐਸਚਨ ਬਣਨਗੇ। ਕਹਿੰਦਾ ਜੀ ਇੱਕ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਹੈ ਰੇਂਜ, ਇੱਕ ਹੁੰਦੀ ਹੈ ਕਿੰਨੀ ਹਾਈਟ ਦੇ ਉੱਪਰ ਪੱਥਰ ਗਿਆ ਤੇ ਕਿੰਨੀ ਰੇਂਜ, ਇਹ ਰੇਂਜ ਹੁੰਦੀ ਹੈ। ਆਹ ਰੇਂਜ ਹੈ, ਆਹ ਹਾਈਟ ਹੈ। ਹੁਣ ਇਹਦੇ ਵਿੱਚ ਨਾ ਫਾਰਮੂਲੇ ਦੱਸੇ ਹੋਏ ਨੇ। ਇਹਦੇ ਵਿੱਚ ਨਾ ਸਿਰਫ ਕੁਐਸਚਨ ਕੀ ਪੁੱਛਿਆ ਗਿਆ, ਤੁਸੀਂ ਡੇਲੀ ਮੈਚ ਵੇਖਦੇ ਹੋ, ਕ੍ਰਿਕਟ ਮੈਚ ਵੇਖਦੇ ਹੋ, ਉਹਦੇ ਵਿੱਚ ਕਿੱਥੇ ਪ੍ਰੋਜੈਕਟਾਈਲ ਮੋਸ਼ਨ ਕਿੱਥੇ ਯੂਜ਼ ਹੁੰਦਾ ਹੈ? ਇਹ ਤੁਸੀਂ ਮੈਚ ਵੇਖਦੇ ਹੋ ਤਾਂ ਕਿਸੇ ਬੋਲਰ ਨੂੰ ਕਿਹਾ ਜਾਂਦਾ ਨਾ, ਬੈਟਸਮੈਨ ਜਿਹੜਾ ਹੁੰਦਾ, ਬੈਟਸਮੈਨ ਜਿਹੜਾ ਬੈਟਿੰਗ ਕਰਦਾ ਪਿਆ, ਉਹਨੂੰ ਇਹ ਕਿਹਾ ਜਾਂਦਾ ਕਿ ਇਹ ਕਿਹੜੇ ਐਂਗਲ 'ਤੇ ਖੇਡੇ ਤਾਂ ਕਿ ਇਹਦੀ ਬੋਲ ਕਾਫੀ ਦੂਰ ਤੱਕ ਜਾਵੇਗੀ। ਠੀਕ ਹੈ ਜੀ। ਤਾਂ ਉਹਨੂੰ ਆਪਾਂ ਕਹਿੰਦੇ ਹਾਂ 45 ਡਿਗਰੀ ਦੇ ਉੱਪਰ ਕਿਸੇ ਬੋਲ ਨੂੰ ਇਹ ਟੱਚ ਕਰੂਗਾ ਤਾਂ ਇਹਦੀ ਬੋਲ ਕੀ ਹੈ ਜੀ, ਕਾਫੀ ਹਾਈਟ ਤੱਕ ਜਾਵੇਗੀ ਤੇ ਲੌਂਗ ਡਿਸਟੈਂਸ ਕਵਰ ਕਰੇਗੀ। ਤਾਂ ਬਸ ਇਹਦਾ ਇਹੀ ਕੁਐਸਚਨ ਆਉਂਦਾ ਹੁੰਦਾ ਕਿ ਕਿਹੜੇ ਐਂਗਲ 'ਤੇ ਖੇਡਣਾ ਹੁੰਦਾ ਕਿ ਬੋਲ ਕੈਚ ਨਾ ਹੋਵੇ। ਜੇ ਉਹਨੇ 90 ਖੇਡਤਾ ਤਾਂ ਬੋਲ ਹਾਈਟ ਦੇ ਉੱਪਰ ਚੜ ਜਾਊਗੀ, ਜੇ ਮਤਲਬ 0 'ਤੇ ਖੇਡਿਆ ਤਾਂ ਬੋਲ ਨੀਚੇ ਰਹਿ ਜਾਣੀ ਹੈ। ਤਾਂ ਇਸ ਕਰਕੇ 45 ਡਿਗਰੀ ਦੇ ਵਿੱਚ ਕੀ ਹੁੰਦਾ, ਹਮੇਸ਼ਾ ਬੋਲ ਇਸ ਤਰ੍ਹਾਂ ਜਾਂਦੀ ਹੈ, ਇਸ ਦਿਸ਼ਾ ਦੇ ਵਿੱਚ ਥੋੜ੍ਹੀ ਜਾ ਕੇ ਲੌਂਗ ਡਿਸਟੈਂਸ ਕਵਰ ਕਰਦੀ ਹੈ। ਇਸੇ ਚੀਜ਼ ਨੂੰ ਇੱਥੇ ਡਿਫਾਈਨ ਕੀਤਾ ਹੈ, ਦੇਖੋ ਮੈਕਸਿਮਮ ਰੇਂਜ 45 ਡਿਗਰੀ। ਜੇ ਹਾਈਟ ਮੈਕਸਿਮਮ ਲੈਣੀ ਹੋਵੇ ਤਾਂ ਥੀਟਾ 90 ਡਿਗਰੀ ਹੁੰਦਾ। ਬਸ ਇੰਨਾ ਹੀ ਆਪਣੇ ਕੰਮ ਦਾ ਸੀਗਾ ਜਿਹਦੇ ਵਿੱਚ ਆਪਾਂ ਹੁਣੇ ਇਹ ਵੇਖ ਲਿਆ। ਠੀਕ ਹੈ ਜੀ। ਹਾਂਜੀ, ਇੱਕ ਚੀਜ਼ ਹੋਰ ਪੁੱਛਿਆ, ਇਹ ਤੁਹਾਡੀ ਨੌਲੇਜ ਵਾਸਤੇ ਹੈ ਕਿ ਮੰਨ ਲਓ ਇਹ ਬਿਲਡਿੰਗ ਹੈ, ਇਸ ਬਿਲਡਿੰਗ ਤੋਂ ਮੈਂ ਇੱਕ ਪੱਥਰ ਐਵੇਂ ਸੁੱਟਾਂ ਜਾਂ ਇੱਕ ਪੱਥਰ ਐਵੇਂ ਸੁੱਟਾਂ ਤਾਂ ਦੋਨੇ ਕੀ ਕਰਨਗੇ ਜੀ, ਪਰ ਇਹ ਖਾਸੀਅਤ ਹੈ ਕਿ ਥੱਲੋਂ ਇੱਕ ਫੋਰਸ ਲੱਗ ਰਿਹਾ, ਤੁਹਾਨੂੰ ਇਹ ਪਤਾ ਹੋਵੇਗਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਗ੍ਰੈਵਿਟੀ। ਤਾਂ ਗ੍ਰੈਵਿਟੀ ਕਾਰਨ ਜਿਹੜਾ ਪੱਥਰ ਮੈਂ ਇੱਥੋਂ ਸੁੱਟਿਆ ਤੇ ਇੱਕ ਐਵੇਂ ਸੁੱਟਿਆ, ਦੋਨੇ ਦੀ ਇੱਕ ਗੱਲ ਇਹ ਫੈਕਟ ਹੈ ਕਿ ਦੋਨੇ ਇੱਕੋ ਟਾਈਮ ਦੇ ਉੱਪਰ ਥੱਲੇ ਆ ਕੇ ਡਿੱਗਣਗੇ। ਇਹ ਮਤਲਬ ਇਹ ਜਿਹੜਾ ਮੋਸ਼ਨ ਹੈ ਇਹਨੂੰ ਆਪਾਂ ਕਹਿੰਦੇ ਪ੍ਰੋਜੈਕਟਾਈਲ ਮੋਸ਼ਨ, ਇਹਨੂੰ ਆਪਾਂ ਕਹਿੰਦੇ ਆ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੇ ਕਾਰਨ ਥੱਲੇ ਡਿੱਗ ਰਿਹਾ। ਠੀਕ ਹੈ ਜੀ। ਤਾਂ ਦੋਨੇ ਇੱਕ ਥਾਂ ਤੇ ਟੱਚ ਕਰਕੇ ਇੱਕ ਸੇਮ ਟਾਈਮ ਤੇ ਡਿੱਗਣਗੇ। ਇਸੇ ਤਰ੍ਹਾਂ ਹੀ ਸੇਮ ਤੁਸੀਂ ਇਹ ਚੀਜ਼ ਦੇਖੋ, ਜਿਵੇਂ ਜੇ ਮੰਨ ਲਓ ਮੈਂ ਕੀ ਕਰਾਂ, ਸ਼ਾਇਦ ਤੁਹਾਨੂੰ ਐਂ ਲੱਗੇਗਾ ਵੀ ਦੋਨੇ ਬਰਾਬਰ ਦੇ ਸੀ ਤਾਂ ਥੱਲੇ ਐਵੇਂ ਡਿੱਗੇ ਆ। ਜੇ ਮੈਂ ਕਰਾਂਗੀ ਇੱਕ ਪੱਥਰ ਮੈਂ ਵੱਡਾ ਲੈ ਲਵਾਂ, ਇੱਕ ਛੋਟਾ ਪੱਥਰ, ਜਿਸ ਫਿਰ ਉਹਨੂੰ ਸੇਮ ਹਾਈਟ ਤੋਂ ਮੈਂ ਥੱਲੇ ਸੁੱਟਾਂ, ਇੱਕ ਨੂੰ ਐਵੇਂ ਸੁੱਟਾਂ, ਇੱਕ ਨੂੰ ਐਵੇਂ ਸੁੱਟਾਂ, ਤਾਂ ਯਾਦ ਰੱਖੋ ਫਿਰ ਵੀ ਸੇਮ ਟਾਈਮ ਤੇ ਆ ਕੇ ਥੱਲੇ ਡਿੱਗਣਗੇ। ਇਹ ਹੁੰਦਾ ਸਾਡੇ ਪੈਰਾਬੋਲਿਕ ਪ੍ਰੋਜੈਕਟਾਈਲ ਮੋਸ਼ਨ ਤੇ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦਾ ਕੰਮ। ਠੀਕ ਹੈ ਜੀ। ਇਹ ਬਸ ਇਹਦੇ ਵਿੱਚ ਇਹ ਦੱਸਿਆ ਗਿਆ ਸੀਗਾ, ਇਹ ਤੁਹਾਨੂੰ ਮੈਂ ਦੱਸ ਦਿੱਤਾ ਹੈ। ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਸਾਡਾ ਸਰਕੂਲਰ ਮੋਸ਼ਨ ਦੇ ਬਾਰੇ। ਸਰਕੂਲਰ ਮੋਸ਼ਨ ਤੋਂ ਸਰਕਲ ਤੋਂ ਤੁਸੀਂ ਸਮਝ ਗਏ ਹੋਣਗੇ, ਕੋਈ ਚੀਜ਼ ਗੋਲ ਘੁੰਮਦੀ ਹੋਵੇ ਉਸ ਨੂੰ ਵੀ ਆਪਾਂ ਕੀ ਕਹਿ ਸਕਦੇ ਹਾਂ, ਸਰਕੂਲਰ ਮੋਸ਼ਨ ਕਹਿ ਸਕਦੇ ਹਾਂ। ਜਦੋਂ ਕੋਈ ਗੋਲ ਪਾਥ ਦੇ ਉੱਪਰ ਘੁੰਮਦੀ ਪਈ ਹੈ, ਸੜਕ ਦੇ ਉੱਪਰ ਐਵੇਂ ਗੋਲ ਘੁੰਮਦੀ ਪਈ ਹੈ, ਉਸ ਨੂੰ ਆਪਾਂ ਕਹਿੰਦੇ ਸਰਕੂਲਰ ਮੋਸ਼ਨ ਕਹਿੰਦੇ ਹਾਂ। ਹੁਣ ਹੋ ਸਕਦਾ ਹੈ ਕਿ ਸਪੀਡ ਇੱਕ ਵਰਗੀ ਰਵੇ ਤਾਂ ਉਹਨੂੰ ਆਪਾਂ ਕਹਾਂਗੇ ਯੂਨੀਫਾਰਮ ਸਰਕੂਲਰ ਮੋਸ਼ਨ। ਜੇ ਮੰਨ ਲਓ ਯੂਨੀਫਾਰਮ ਐਂਗੂਲਰ ਵੈਲੋਸਿਟੀ, ਕਿਉਂਕਿ ਵੈਲੋਸਿਟੀ ਦਾ ਕੰਮ ਹੀ ਹੁੰਦਾ ਨਾ ਪੋਜੀਸ਼ਨ ਚੇਂਜ ਕਰਨਾ, ਤੇ ਹੋ ਸਕਦਾ ਕਿ ਇੱਕ ਵਰਗੀ ਵੈਲੋਸਿਟੀ ਵੱਧਦੀ ਹੋਵੇ, ਘੁੰਮਦੀ ਹੋਵੇ, ਤਾਂ ਆਪਾਂ ਉਹਨੂੰ ਕਹਿ ਦੇਵਾਂਗੇ ਯੂਨੀਫਾਰਮ ਐਂਗੂਲਰ ਵੈਲੋਸਿਟੀ। ਜੇ ਵੈਲੋਸਿਟੀ ਚੇਂਜ ਹੋ ਰਹੀ ਹੈ, ਜ਼ਿਆਦਾ ਘੱਟ ਵੱਧ ਰਹੀ ਹੈ, ਤਾਂ ਫਿਰ ਆਪਾਂ ਨੋਨ ਯੂਨੀਫਾਰਮ ਕਹਿ ਦਾਂਗੇ। ਇਹਦੇ ਵਿੱਚ ਨਾ ਦੋ ਕੁਐਸਚਨ ਪੁੱਛ ਲੈਂਦੇ ਆ ਤੁਹਾਨੂੰ ਪੇਪਰ ਦੇ ਵਿੱਚ। ਉਹ ਦੋ ਪੇਪਰ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਆ ਉਹਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਆਪਾਂ ਕਹਿੰਦੇ ਆ ਸੈਂਟਰੀਫਿਊਗਲ ਫੋਰਸ, ਸੈਂਟਰੀਪੀਟਲ ਫੋਰਸ ਤੇ ਸੈਂਟਰੀਫਿਊਗਲ ਫੋਰਸ। ਤੇ ਇਹਨੂੰ ਮੈਂ ਨਾ ਤੁਹਾਨੂੰ ਡਿਫਾਈਨ ਕਰੂੰਗਾ ਨੈਕਸਟ ਲੈਕਚਰ ਦੇ ਵਿੱਚ, ਕਿਉਂਕਿ ਪਹਿਲੇ ਮੈਂ ਤੁਹਾਨੂੰ ਫੋਰਸ ਸਮਝਾ ਦੇਵਾਂ। ਫੋਰਸ ਸਮਝਾ ਕੇ ਨਾ ਫਿਰ ਤੁਹਾਨੂੰ ਮੈਂ ਇਹ ਐਕਸਲਰੇਸ਼ਨ ਤੇ ਸੈਂਟਰੀਪੀਟਲ ਜਿਹੜਾ ਫੋਰਸ ਹੈ ਇਹ ਤੁਹਾਨੂੰ ਮੈਂ ਦੋਨੇ ਕਲੀਅਰ ਕਰੂੰਗਾ, ਕਿਉਂਕਿ ਇਸੇ ਬੇਸ ਦੇ ਉੱਪਰ ਕਾਫੀ ਪੇਪਰ ਦੇ ਵਿੱਚ ਨਾ ਸਾਡੇ ਐਗਜ਼ਾਮਪਲ ਪੁੱਛੇ ਗਏ। ਜਿਵੇਂ ਮੈਂ ਤੁਹਾਨੂੰ ਕੁਐਸਚਨ ਦੱਸ ਦੇਵਾਂ, ਜਿਵੇਂ ਪੁੱਛ ਲੈਂਦਾ PPSC ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਹੈ ਕਿ ਇਹ ਦੱਸੋ ਕਿ ਜਿਵੇਂ ਆਪਾਂ ਦੁੱਧ ਦੀ ਜਦੋਂ ਫੈਟ ਕਢਾਉਣੀ ਹੁੰਦੀ ਹੈ, ਆਪਾਂ ਡੈਰੀ ਫਾਰਮ ਦੇ ਉੱਪਰ ਜਾਂਦੇ, ਤੁਸੀਂ ਦੇਖਿਆ ਹੋਏਗਾ ਗੋਲ ਗੋਲ ਚੱਕਰ ਘੁੰਮਦਾ ਹੁੰਦਾ ਜਦੋਂ, ਉਹ ਕਿਹੜੇ ਲਾਅ ਦੇ ਉੱਪਰ ਕੰਮ ਕਰਦਾ ਹੈ। ਠੀਕ ਹੈ ਜੀ। ਜਿਵੇਂ ਆਪਣੀ ਵਾਸ਼ਿੰਗ ਮਸ਼ੀਨ ਹੈ, ਇਹ ਕਿਹੜੇ ਲਾਅ ਦੇ ਉੱਪਰ ਕੰਮ ਕਰਦੀ ਹੈ, ਇਹਦੇ ਵਿੱਚ ਕਿਹੜੀ ਫੋਰਸ ਲੱਗਦੀ ਪਈ ਹੈ। ਇਸੇ ਤਰ੍ਹਾਂ ਨਾ ਕੁਐਸਚਨ ਬਣਦੇ ਹੁੰਦੇ ਨੇ, ਤਾਂ ਉਹ ਮੈਂ ਤੁਹਾਨੂੰ ਨਾ ਅਗਲੇ ਲੈਕਚਰ ਦੇ ਵਿੱਚ ਦੱਸੂੰਗਾ। ਤੇ ਸੋ ਪਲੀਜ਼ ਮੈਨੂੰ ਹੁਣ ਇੱਦਾਂ ਲੱਗਿਆ ਕਿ ਤੁਸੀਂ ਸਾਨੂੰ ਸਾਰਾ ਸਮਝ ਆ ਗਿਆ ਹੋਵੇਗਾ। ਜੇ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਓ, ਜਿਹੜਾ ਪੁਆਇੰਟ ਨਹੀਂ ਸਮਝ ਆਇਆ ਮੈਂ ਉਸ ਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਮੈਂ ਇਹਨੂੰ ਐਕਸਪਲੇਨ ਕਰ ਦੂੰਗਾ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਸ਼ੇਅਰ ਕਰ ਦਿਆ ਜੀ ਸਾਰਿਆਂ ਦੇ ਨਾਲ।
ਤੇ ਸਬਸਕ੍ਰਾਈਬ ਵੀ ਕਰ ਲਿਆ ਚੈਨਲ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ। ਲੋਕਡਾਊਨ ਦੇ ਵਿੱਚ ਘਰੇ ਰਹੋ, ਮੈਕਸਿਮਮ ਜਿੰਨਾ ਹੋ ਸਕੇ ਆਪਣਾ ਦੂਰੀ ਬਣਾ ਕੇ ਰੱਖੋ। ਇਸ ਨੂੰ ਸੀਰੀਅਸ ਲਓ, ਕਰੋਨਾ ਨੂੰ ਕੋਈ ਆਸਾਨ ਗੱਲ ਨਹੀਂ ਹੈਗੀ ਹੈ, ਜਾਨ ਆਪਣੀ ਜਾਣੀ ਹੈ। ਠੀਕ ਹੈ ਜੀ, ਥੈਂਕ ਯੂ ਫॉर ਵਾਚਿੰग ਮਾਈ ਲੈਕਚਰਸ।